ਗੰਦਮ ਬਿਲਕੁਲ ਇੰਜ ਹੀ ਆ ਜਿਹੜੀ ਗੰਦਮ ਕਹ ਲਓ ਨਾ ਥੋੜੀ ਜੀ ਨਵੀਂ ਚਾ ਜਿਹਦਾ ਮੌਕਸਚਰ 17 18 ਆਉਣ ਡਿਆ ਯਾਨੀ ਕਿ ਨਵੀਂ ਜਿਹਨੂੰ ਕਹਿੰਦੇ ਅਸੀਂ ਉਹਦਾ ਰੇਟ ਕੋ 18 1900 ਕਈਆਂ ਮੰਡੀਆਂ ਵਿੱਚ ਚੱਲਣ ਡਿਆ। ਜਨੂਬੀ ਪੰਜਾਬ 'ਚ ਗੰਦਮ ਆਈ ਆ ਔਰ ਜਿਹੜੀ ਕੱਚੀ ਕੁਆਲਿਟੀ ਦੀ ਆ ਜਿਹਦਾ ਮੌਕਸਚਰ 12 13 ਆਉਣ ਡਿਆ ਵਾ ਜਾਂ 10 ਤੋਂ ਤਾਂ ਆਉਣ ਡਿਆ 10 ਦੇ ਅੰਦਰ ਬਾਹਰ ਆ ਉਹਦਾ ਤਕਰੀਬਨ 21 2200 ਰੁਪਈਆ ਰੇਟ ਜਿਹੜਾ ਅੱਜ ਦੀ ਤਾਜ਼ਾ ਖਬਰ ਆ 21 2200 ਰੁਪਈਆ ਰੇਟ ਹੈਗਾ ਵਾ। ਤੇ ਭਾਵੇਂ ਕਿਸੇ ਮੁਲਕ ਵਿੱਚ ਵੀ ਸਸਤੀ ਹੋ ਜਾਏ ਦੁਨੀਆ ਦੇ ਕਹ ਲਓ ਵੀ ਦੋ ਹੀ ਮੁਲਕ ਨੇ ਇੰਡੀਆ ਔਰ ਪਾਕਿਸਤਾਨ ਆ ਜਿਨ੍ਹਾਂ ਦੀ ਗੰਦਮ ਜਿਹੜੀ ਆ ਉਹ ਬਹੁਤ ਅੱਛੀ ਗੰਦਮ ਆ। ਭਾਵੇਂ ਤੁਸੀਂ ਇਹ ਗੂਗਲ ਤੋਂ ਸਰਚ ਕਰਕੇ ਵੇਖ ਲਓ ਕਿਉਂਕਿ ਇਹ ਜਿਹੜੇ ਦੋ ਮੁਲਕ ਹਨ ਇੱਥੇ ਹਰ ਤਰ੍ਹਾਂ ਦੇ ਮੌਸਮ ਆ ਔਰ ਇਸ ਮੁਲਕ ਦੀ ਜਿਹੜੀ ਗੰਦਮ ਉਹਦੇ ਪ੍ਰੋਟੀਨ ਬਹੁਤ ਜ਼ਿਆਦਾ ਵਾ ਯਾਨੀ ਕਿ ਇਸ ਗੰਦਮ ਦੀ ਪਾਵਰ ਬਹੁਤ ਜ਼ਿਆਦਾ ਤਾਕਤ ਬਹੁਤ ਜ਼ਿਆਦਾ ਵਾ। ਬਾਕੀ ਹੋਰ ਮੁਲਕਾਂ ਦੀ ਗੰਦਮ ਦੇ ਅੰਦਰ ਉਹ ਚੀਜ਼ ਨਹੀਂ ਹੈ। अस्सलाम वालेकुम दोस्तों, गंदम के बारे गलबात करनी। काफ़ी दोस्त ना बड़े परेशान ने गंदम का की सूरत हाल होएगा। ते आ जिहड़ा बंदा है गंदम का पूरा कारोबार करता है ये हुण बंदे को पुछदे आ भी की सूरत हाल गंदम दी। नाल भाई नारोवाल तो आए ने, नाल बलाल भाई खलोते ने। रंधावा साहब की सूरत हाल गंदम की कोई है कोई अच्छी खबर जिमींदारां लई? देखो जी अच्छी खबर इंज ही आ भी जिमींदार थोड़ा जिहा पैरां ते भार पावे। हाँ भी जे 1500 1600 ਨੂੰ 1800 ਨੂੰ ਵਿਕਣ ਡਈ ਵੀ ਛੇਤੀ ਦੀ ਵੇਚਣ ਭੱਜ ਪਿਆ ਵੀ ਇਹਨੂੰ ਵੇਚ ਆਈਏ। ਕੋਈ ਨਹੀਂ ਥੋੜਾ ਜਿਹਾ ਹੌਸਲਾ ਕਰੇ ਅੱਲਾ ਬਿਹਤਰ ਕਰੇਗਾ ਵੀ। अच्छा रेट होएगा कोई बेहतर? ਰੇਟ ਬਿਹਤਰ ਹੋਵੇਗਾ ਜੇ ਜ਼ਿਮੀਂਦਾਰ ਪੈਰਾਂ ਤੇ ਖਲੋਤਾ ਰਿਹਾ ਤੇ ਜੇ ਜ਼ਿਮੀਂਦਾਰ 1500 ਹੋਇਆ 1800 2000 ਆ ਜ਼ਿਮੀਂਦਾਰ ਵੇਚਣ ਭੱਜਿਆ ਤੇ ਫਿਰ ਬਿਹਤਰੀ ਦੇ ਕੋਈ ਚਾਂਸ ਨਹੀਂ। ਇਹਨੇ ਉਹ ਪਹਿਲਾਂ ਤਕਰੀਬਨ 2800 2900 ਰੇਟ ਵਿਕਣ ਡਿਆ ਸੀ ਨਾ ਸਰਕਾਰੀ ਗੰਦਮ ਦਾ। ਹਾਂਜੀ ਤੇ ਜਦੋਂ ਦੀ ਨਵੀਂ ਆਈ ਉਹ ਰੇਟ 2200 2300 ਤੇ ਪਹੁੰਚ ਦੇਖੋ ਜੀ ਹੋ ਜਾਏਗਾ ਰੇਟ ਬਿਹਤਰ ਫੇਰ ਚਾਂਸ ਹੈ ਵਾ। ਬਾਕੀ ਮਾਰਕੀਟ ਦੇ ਅੰਦਰ ਕੋਈ ਬਹੁਤ ਜ਼ਿਆਦਾ ਐਡੀ ਕਣਕ ਅਵੇਲੇਬਲ ਨਹੀਂ ਆ ਤੇ ਸਾਡੇ ਜ਼ਿਮੀਂਦਾਰ ਨੂੰ ਇਹੀ ਭੁਲੇਖਾ ਵਾ ਵੀ ਮਾਰਕੀਟ ਦੇ ਅੰਦਰ ਪਤਾ ਨਹੀਂ ਕਿੰਨੀ ਕੁ ਕਣਕ ਪਈ ਆ। ਮਾਰਕੀਟ ਦੇ ਅੰਦਰ ਅਗਰ ਸਿਰਫ ਨਵੀਂ ਕਣਕ ਇਹ 2 ਹਫ਼ਤੇ ਨਾ ਆਵੇ ਮਾਰਕੀਟ ਦੇ ਅੰਦਰ ਤੇ ਜਿਹੜੀ ਗਵਰਨਮੈਂਟ ਦੇ ਕੋਲ ਸਟਾਕ ਪਿਆ 2 ਹਫ਼ਤਿਆਂ ਦਾ ਸਟਾਕ ਆ 2 ਹਫ਼ਤਿਆਂ ਦੇ ਅੰਦਰ ਖਤਮ ਹੋ ਜਾਣੀ ਕੋਈ ਸਟਾਕ ਨਹੀਂ ਉਹ ਇੱਥੇ। ਜਿਹੜੇ ਗਦਾਮ ਭਰੇ ਸੀ ਉਹ ਕਿੱਥੇ ਗਏ? ਉਹ ਭਾਈ ਕੋਈ ਨਹੀਂ ਤੂੰ ਗਦਾਮ ਵੇਖ ਤੇ ਸਹੀ ਜਾ ਕੇ ਕੋਈ ਨਹੀਂ ਯਾਰ ਉਹ ਆਂਦੇ ਜਗ੍ਹਾ ਨਹੀਂ ਹੈ ਗੰਦਮ ਤੂੰ ਵੇਖ ਤੇ ਸਹੀ ਕਿਸੇ ਗਦਾਮ ਦਾ ਵਿਜ਼ਿਟ ਤੇ ਕਰ ਤੂੰ ਕਿਤੇ ਕਣਕ ਵਿਖਾ ਲਾਂ ਕਿਹੜੇ ਗਦਾਮ 'ਚ ਆ। ਜੇ ਉਹਨਾਂ ਬਾਹਰੋਂ ਮੰਗਾ ਲਈ ਰੰਧਾਵਾ ਸਾਹਿਬ ਤੇ ਫਿਰ ਰੰਧਾਵਾ ਸਾਹਿਬ ਨੂੰ ਇਹ ਨਹੀਂ ਨਾ ਸਮਝ ਕਿ ਪਿੱਛੂ ਜਿਹੜੇ ਸ਼ਿਪ ਤੁਰ ਪਏ ਨੇ ਦੇਖੋ ਜੀ ਜ਼ਿਮੀਦਾਰਾਂ ਨੂੰ ਭਲਾ ਨਹੀਂ ਕਰਨਾ। ਨਹੀਂ ਜੀ ਬਾਹਰੋਂ ਜੇ ਤੇ ਅੱਗੇ ਵੀ ਮੰਗਾਈ ਸੀ ਨਾ ਬਾਹਰੋਂ ਤਬਾਈ ਤੋਂ ਉਹਨੇ ਲਾਈ ਉਦੋਂ ਦੀ ਮੁੜ ਕੇ ਸਿੱਧਾ ਹੀ ਨਹੀਂ ਹੋਇਆ ਕੰਮ। ਦਾ ਸਾਹਿਬ ਮੇਨ ਗੱਲ ਪਤਾ ਕੀ ਹੈ ਬਾਹਰ ਵੀ ਗੰਦਮ ਸਸਤੀ ਹੋ ਗਈ ਹੈ ਮੇਨ ਜਿਹੜੀ ਨਾ ਦੇਖੋ ਜੀ ਉਹ ਭਾਵੇਂ ਕਿਸੇ ਮੁਲਕ ਵਿੱਚ ਵੀ ਸਸਤੀ ਹੋ ਜਾਏ ਦੁਨੀਆ ਦੇ ਕਹ ਲਓ ਵੀ ਦੋ ਹੀ ਮੁਲਕ ਨੇ ਇੰਡੀਆ ਔਰ ਪਾਕਿਸਤਾਨ ਜਿਨ੍ਹਾਂ ਦੀ ਗੰਦਮ ਜਿਹੜੀ ਆ ਉਹ ਬਹੁਤ ਅੱਛੀ ਗੰਦਮ ਆ। ਭਾਵੇਂ ਤੁਸੀਂ ਇਹ ਗੂਗਲ ਤੋਂ ਸਰਚ ਕਰਕੇ ਵੇਖ ਲਓ ਕਿਉਂਕਿ ਇਹ ਜਿਹੜੇ ਦੋ ਮੁਲਕ ਹਨ ਇੱਥੇ ਹਰ ਤਰ੍ਹਾਂ ਦੇ ਮੌਸਮ ਆ ਔਰ ਇਸ ਮੁਲਕ ਦੀ ਜਿਹੜੀ ਗੰਦਮ ਉਹਦੇ ਪ੍ਰੋਟੀਨ ਬਹੁਤ ਜ਼ਿਆਦਾ ਵਾ ਯਾਨੀ ਕਿ ਇਸ ਗੰਦਮ ਦੀ ਪਾਵਰ ਬਹੁਤ ਜ਼ਿਆਦਾ ਤਾਕਤ ਬਹੁਤ ਜ਼ਿਆਦਾ ਵਾ। ਬਾਕੀ ਹੋਰ ਮੁਲਕਾਂ ਦੀ ਗੰਦਮ ਦੇ ਅੰਦਰ ਉਹ ਚੀਜ਼ ਨਹੀਂ ਹੈ। ਭਾਜੀ ਤਾਕਤ ਜਿੰਨੀ ਮਰਜ਼ੀ ਜ਼ਿਆਦਾ ਲੇਕਿਨ ਐਕਸਪੋਰਟ ਕਰਨਗੇ ਤਾਂ ਤਾਕਤ ਲੋਕਾਂ ਨੂੰ ਵਿਖਾਉਣਗੇ ਨਹੀਂ ਐਕਸਪੋਰਟ ਕਰਨ ਜੋਗੀ ਇਹਨਾਂ ਕੋਲ ਸ਼ੈ ਕਿਹੜੀ ਜਿਹੜੀ ਕਰਨੀ ਆ। ਐਕਸਪੋਰਟ ਕਰਨ ਜੋਗੀ ਗੰਦਮ ਨਹੀਂ ਆ ਭਾਈ। ਹਾਂਜੀ ਭੇਜੀ ਜਾਣ ਤੇ ਫਿਰ ਹੈ ਹੀ ਨਹੀਂ ਆ ਗੰਦਮ ਤੇ ਐਰਕਾਂ ਗੱਲ ਹੋਰ ਮਜ਼ੇਦਾਰੀ ਦੀ ਆ। ਐਰਕਾਂ ਕਹਿ ਲਓ ਜੇ ਪਿਛਲੇ ਸਾਲ 100% ਗੰਦਮ ਸੀ ਐਰਕਾਂ 60% ਗੰਦਮ ਜੇ। ਨਹੀਂ ਯਾਰ ਐਡਾ ਘਾਟਾ ਨਹੀਂ ਮੌਸਮੀ ਤਬਦੀਲੀ ਝਾੜ ਕੋਈ ਨਹੀਂਗਾ ਗੰਦਮ ਦਾ। ਝਾੜ ਦਾ ਚਲੋ ਕਹਿ ਸਕਦੇ ਲੇਕਿਨ ਗੰਦਮ ਤੇ ਖਰਚਾ ਨਹੀਂ ਹੋਇਆ ਭਾਈ ਲੋਕਾਂ ਦੇ ਕੋਲੋਂ। ਹਾਂ ਇਹ ਗੱਲ ਰੰਧਾਵਾ ਮੰਨਣੀ ਸਾਹਿਬ ਚਾਹੀਦੀ ਤੁਹਾਨੂੰ ਹੈ। ਕਿਵੇਂ ਪਤਾ ਕੋ ਆਪਣੀ ਆੜਤ ਹੈ ਕੋਈ? ਦੇਖੋ ਜੀ ਸਾਡਾ ਤੇ ਗੰਦਮ ਦਾ ਹੈ ਹੀ ਆ ਨਾ ਲੈਣ ਦੇਣ ਕਾਰੋਬਾਰ ਤੇ ਹੈ ਹੀ ਆ ਨਾ। ਤੇ ਕਿਹੜੀ ਮੰਡੀ ਦਾ ਰੇਟ ਅੱਪ ਜਾਂਦਾ ਹੈ ਕੀ ਚੱਲਦਾ ਮੰਡੀ ਦਾ ਨਹੀਂ ਦੇਖੋ ਜੀ ਸਾਡੇ ਕੋਲ ਹੁੰਦੇ ਨੇ ਗੁਜਰਾਂ ਵਾਲੇ ਦਾ ਰੇਟ ਹੁੰਦਾ ਗੁਜਰਾਤ ਦਾ ਇਸਲਾਮਾਬਾਦ ਵਜ਼ੀਰਾਬਾਦ ਮਿੱਲਾਂ ਦੇ ਰੇਟ ਹੁੰਦੇ ਮਾਰਕੀਟਾਂ ਦੇ ਰੇਟ ਹੁੰਦੇ ਆ। ਮੰਡੀਆਂ ਨਾਲ ਸਾਡਾ ਐਡਾ ਕੋਈ ਨਹੀਂ ਦੇਖਾ ਦੇਖਾ ਹੁੰਦਾ ਨਹੀਂ ਦੇ ਸਕਦਾ? ਦੇ ਸਕਦਾ ਬਿਲਕੁਲ ਦੇ ਸਕਦਾ ਵਾ ਜੀ। ਮੁੜ ਕੇ ਪੈਸੇ ਕਿਵੇਂ ਲੈਣੇ? ਪੈਸੇ ਉਹ ਡਾਇਰੈਕਟ ਆਪਣੇ ਨਾਂ ਤੇ ਲਵਾਵੇ ਤੇ ਉਹਦੇ ਨਾਂ ਤੇ ਆ ਜਾਂਦੇ ਆ ਪਰ ਜ਼ਿਮੀਂਦਾਰ ਰਿਸਕ ਨਹੀਂ ਨਾ ਲੈਂਦਾ। ਦਾ ਸਾਹਿਬ ਹੁਣ ਅਸੀਂ ਕਹ ਲਓ ਸਾਡਾ ਇੰਨਾ ਕਾਰੋਬਾਰ 8-10 ਗੱਡੀਆਂ ਰੋਜ਼ ਅਸੀਂ ਵੇਚੀ ਦੀਆਂ ਕਣਕ ਦੀਆਂ ਤੇ ਅਸੀਂ ਵੀ ਕਹ ਲਓ ਬ੍ਰੋਕਰਾਂ ਦੇ ਥਰੂ ਵੇਚੀ ਦੀਆਂ। ਉਹਨਾਂ ਦੀ ਬ੍ਰੋਕਰੀ ਹੁੰਦੀ ਵਿੱਚ ਬੋਰੀ ਦੇ 8 ਰੁਪਏ 10 ਰੁਪਏ ਬ੍ਰੋਕਰੀ ਦਈਦੀ ਆ ਅਸੀਂ ਬਕਾਇਦਾ ਵੇਚਣ ਦੀ। ਰੰਧਾਵਾ ਸਾਹਿਬ ਜਿਹੜਾ ਮਾਫੀਆ ਦਾ ਲਫ਼ਜ਼ ਆੜਤੀ ਤੇ ਜਾਂਦਾ ਜ਼ਿਮੀਂਦਾਰ ਤੇ ਜਾਂਦਾ ਜਾਂ ਮਿਡਲਮੈਨ ਕਿੱਥੇ ਜਾਂਦਾ? ਵੇਖੋ ਜੀ ਜਿਹੜਾ ਮਾਫੀਆ ਦਾ ਉਹ ਤਾਂ ਕਹ ਲਓ ਤੁਸੀਂ ਗਵਰਨਮੈਂਟ ਤੇ ਹੀ ਜਾਂਦਾ ਜੇ ਸਿੱਧਾ ਸਾਫ਼ ਕਹਿਣਾ ਗੱਲ ਕਹਿਣੀ ਆ ਤੇ ਹੁਣ ਆੜਤੀ ਨੂੰ ਵੀ ਕਹੀ ਜਾਈਏ ਅਗਰ ਦੇਖੋ ਜੀ ਗੰਦਮ 4000 ਨੂੰ ਤਾਂ ਆੜਤੀ 4000 ਨੂੰ ਖਰੀਦਦਾ ਜੀ ਉਹਨੇ ਤੇ ਆਪਣਾ ਮੁਨਾਫਾ ਰੱਖ ਕੇ ਖਰੀਦਣਾ ਨਾ ਜੀ। ਉਹਨੇ ਆੜਤ ਲੈਣੀ। ਉਹਨੇ ਆੜਤ ਵੇਖੋ ਨਾ ਜੀ ਆੜਤੀ ਜਿਹੜਾ ਉਹ ਜ਼ਿਮੀਂਦਾਰ ਦੇ ਸਾਡੇ ਇਲਾਕੇ 'ਚ ਨਹੀਂ ਕਈਆਂ ਇਲਾਕਿਆਂ ਦੇ ਸਾਰਾ ਖਰਚਾ ਹੀ ਜਿਹੜਾ ਆੜਤੀ ਬਰਦਾਸ਼ਤ ਕਰਦਾ ਵਾ। ਜਿਹੜਾ ਇਨਵੈਸਟਰ ਹੈ ਨਾ ਜਿਹੜਾ ਕਣਕ ਲੈ ਕੇ ਜਮਾ ਹਾਂਜੀ ਜਿਹੜਾ ਇਨਵੈਸਟਰ ਜਿਹੜਾ ਸਟਾਕੀਆ ਵਾ। ਹਾਂਜੀ ਹੁਣ ਮਿੱਲਾਂ ਬਹੁਤ ਗੰਦਮ ਸਟਾਕ ਕਰਦੀਆਂ ਨੇ ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਤੇ ਮਿੱਲਾਂ ਜਿਹੜੀ ਗੰਦਮ ਸਟਾਕ ਕਰਦੀਆਂ ਨੇ ਪੈਸਾ ਸਾਰਾ ਬੈਂਕਾਂ ਦਾ ਹੁੰਦਾ ਵਾ। ਬੈਂਕ ਜਿਹੜਾ ਲੋਨ ਦਿੰਦੇ ਹੈਗੇ। ਤੇ ਜਿਹੜੀ ਹੁਣ ਖਬਰ ਸੁਣੀ ਹੈ ਵੀ 16-1700 ਗੰਦਮ ਹੋ ਗਈ ਹੈ ਇਹਦੇ ਚ ਕੀ ਇਹ ਜੀ ਗੰਦਮ ਬਿਲਕੁਲ ਇੰਜ ਹੀ ਆ ਜਿਹੜੀ ਗੰਦਮ ਕਹ ਲਓ ਨਾ ਥੋੜੀ ਜੀ ਨਵੀਂ ਚਾ ਜਿਹਦਾ ਮੌਕਸਚਰ 17 18 ਆਉਣ ਡਿਆ ਯਾਨੀ ਕਿ ਨਵੀਂ ਜਿਹਨੂੰ ਕਹਿੰਦੇ ਅਸੀਂ ਉਹਦਾ ਰੇਟ ਕੋ 18 1900 ਕਈਆਂ ਮੰਡੀਆਂ ਵਿੱਚ ਚੱਲਣ ਡਿਆ। ਜਨੂਬੀ ਪੰਜਾਬ 'ਚ ਗੰਦਮ ਆਈ ਆ ਔਰ ਜਿਹੜੀ ਕੱਚੀ ਕੁਆਲਿਟੀ ਦੀ ਆ ਜਿਹਦਾ ਮੌਕਸਚਰ 12 13 ਆਉਣ ਡਿਆ ਵਾ
ਜਾਂ 10 ਤੋਂ ਤਾਂ ਆਉਣ ਡਿਆ 10 ਦੇ ਅੰਦਰ ਬਾਹਰ ਆ, ਉਹਦਾ ਤਕਰੀਬਨ 21-2200 ਰੁਪਈਆ ਰੇਟ ਜਿਹੜਾ ਅੱਜ ਦੀ ਤਾਜ਼ਾ ਖਬਰ ਆ 21-2200 ਰੁਪਈਆ ਰੇਟ ਹੈਗਾ ਵਾ। ਤੇ ਕਦੋਂ ਤੱਕ ਸਮਝਦੇ ਹੋ ਕਿ ਰੇਟ ਬਿਹਤਰ ਹੋ ਜਾਏਗਾ? ਕੋਈ ਤੁਹਾਡੀ ਕੋਈ ਰੇਟ ਦੇਖੋ ਜੀ ਉਨੀ ਦੇਰ ਬਿਹਤਰ ਨਹੀਂ ਹੋਣਾ ਜਿੰਨੀ ਦੇਰ ਜ਼ਿਮੀਦਾਰ ਨੇ ਕਣਕ ਨੂੰ ਆਪਣੇ ਕਬਜ਼ੇ 'ਚ ਨਾ ਕੀਤਾ। ਅੱਛਾ, ਜ਼ਿਮੀਦਾਰ ਹੁਣ ਸਭ ਤੋਂ ਬੈਸਟ ਹੱਲ ਜਿਹੜਾ ਨਾ ਜ਼ਿਮੀਦਾਰ ਦੇ ਕੋਲ ਆ, ਜ਼ਿਮੀਦਾਰ ਜਿਹੜਾ ਵਾ ਗੰਦਮ ਨਾ ਵੇਚੇ, ਇੱਕ 10-20 ਦਿਨ ਨਾ ਵੇਚੇ ਤੇ ਗੰਦਮ ਦਾ ਰੇਟ ਦੇਖ ਲਿਓ ਆਪੇ ਜਿਹੜਾ ਬਿਹਤਰ ਹੋ ਜਾਏਗਾ। ਲੋਕ ਪਿਛਲੇ ਸਾਲ ਦੇ ਡਰੇ ਹੋਏ ਆ। ਨਹੀਂ ਜੀ ਪਿਛਲੇ ਸਾਲ ਦੇ ਬਿਲਕੁਲ ਡਰੇ ਨੇ, ਪਰ ਐਰਕਾਂ ਸੂਰਤ ਹਾਲ ਮੁਖਤਲਿਫ ਆ। ਅੱਛਾ, ਪਿਛਲੇ ਸਾਲ ਕਹ ਲਓ ਗਵਰਨਮੈਂਟ ਕੋ 2 ਸਾਲਾਂ ਦੀ ਕਣਕ ਪਈ ਸੀ, ਐਰਕਾਂ ਜਿਹੜੀ ਗੰਦਮ ਗਵਰਨਮੈਂਟ ਦੇ ਕੋਲ ਸਟਾਕ ਹੈ ਨਹੀਂਗਾ। ਸਹੀ। ਭਾਈ ਇਹ ਤੇ ਸਾਡੇ ਇਲਾਕੇ ਮੈਨੂੰ ਲੱਗਦਾ ਇਹ ਹੋਰ 10-20 ਦਿਨ ਲੱਗ ਜਾਣੇ ਕਟਾਈ ਦੇ ਵਿੱਚ, ਤੇ 20 ਦਿਨ ਬਾਅਦ ਵੀ ਇਹ ਗੰਦਮ ਆਈ ਤੇ ਮੇਰਾ ਨਹੀਂ ਖਿਆਲ ਕਿ ਰੇਟ ਕੋਈ ਵਧੇਗਾ। ਨਹੀਂ 20 ਦਿਨ ਤਾਂ ਨਹੀਂ ਲੱਗਣੇ, ਕੋ ਬੜੇ ਲੱਗੇ 10 ਦਿਨ ਲੱਗ ਜਾਣੇ, ਪਰ ਮਾਰਕੀਟ ਦੇ ਵਿੱਚ ਨਵੀਂ ਗੰਦਮ ਤਾਂ ਆ ਤੇ ਗਈ ਹੈ ਨਾ ਜੀ। ਆਪ ਬਾਅਦ ਲੱਗ ਸਾਰਾ ਆ ਗਈ। ਤਕਰੀਬਨ ਕਹ ਲਓ ਸਿੰਧ ਦਾ 50-60% ਜਿਹੜਾ ਕਟਾਈ ਹੋ ਚੁੱਕੀ ਆ, ਤੇ ਸਿੰਧ ਦੀ ਸਾਰੀ ਗੰਦਮ ਸਾਡੇ ਪੰਜਾਬ ਨੂੰ ਹੀ ਆਉਣ ਡਈ ਹੈ ਨਾ ਜੀ। ਮਹੀਨਾ ਕੋਸਾ ਤਾਂ ਨਿਕਲ ਜਾਣਾ ਜ਼ਿਮੀਦਾਰ। ਹਾਂਜੀ। ਫਿਰ ਉਸ ਤੋਂ ਬਾਅਦ ਰੇਟ ਬਣੇਗਾ ਕਣਕ ਦਾ। ਚਲੋ ਰੇਟ ਬਣਨ ਦੇ ਚਾਂਸ ਹੈਗੇ ਨੇ, ਅੱਛਾ ਜੀ। ਪਰ ਜੇ ਜ਼ਿਮੀਦਾਰ ਪੈਰਾਂ ਤੇ ਖਲੋਵੇਗਾ ਤੇ ਚਲੋ ਜੀ, ਅੱਲਾਹ ਪਾਕ ਜ਼ਿਮੀਂਦਾਰ ਦੇ ਹੱਕ 'ਚ ਬਿਹਤਰ ਕਰੇ, ਸਾਡੀ ਤੇ ਦੁਆ ਹੈ। ਹਾਂਜੀ। ਕਿਉਂਕਿ ਜ਼ਿਮੀਂਦਾਰ ਇਸ ਟਾਈਮ ਬਹੁਤ ਮੁਸ਼ਕਲ ਹਾਲਾਤਾਂ 'ਚ ਚਾਹੁੰਦਾ ਸਾਹਿਬ। ਦੇਖੋ ਜੀ ਗੰਦਮ ਦਾ ਅਗਰ ਰੇਟ ਗਵਰਨਮੈਂਟ 3000 ਵੀ ਦਿੰਦੀ ਹੈ ਤਾਂ ਵੀ ਜ਼ਿਮੀਦਾਰ ਦੇ ਪੈਸੇ ਨਹੀਂ ਪੂਰੇ ਹੁੰਦੇ। ਹਾਂ, ਇੱਕ ਮੋਟਾ ਜਿਹਾ ਸਰਵੇ ਕਹ ਲਓ ਕੀਤਾ ਇੱਕ ਦਿਨ ਇੱਕ ਬੰਦੇ ਨੇ, ਬੜਾ ਐਕਸਪਰਟ ਐਗਰੀਕਲਚਰ ਦਾ, ਤਕਰੀਬਨ ਜ਼ਿਮੀਦਾਰ ਦੀ ਜਿਹੜੀ ਜ਼ਾਤੀ ਖੇਤ ਆ ਨਾ ਉਹਦੇ ਵਿੱਚੋਂ 31-3200 ਨੂੰ ਮਾਣ ਗੰਦਮ ਪੈਂਦੀ ਹੈ ਉਹਨੂੰ। ਅੱਛਾ, ਸਾਰੇ ਖਰਚੇ ਪਾ ਕੇ 3200 ਮਾਣ ਉਸ ਬੰਦੇ ਨੂੰ ਪੈਂਦੀ ਆ ਜਿਹੜੇ ਬੰਦੇ ਨੇ ਕੋਈ ਠੇਕਾ ਨਹੀਂ ਦੇਣਾ। ਜਿਹੜਾ ਠੇਕੇਦਾਰ ਆ ਅਗਰ ਉਹਦਾ ਠੇਕਾ ਪਾਇਆ ਜਾਵੇ ਇਲਾਕਿਆਂ ਦੇ ਹਿਸਾਬ ਦੇ ਨਾਲ, ਨਾਰਮਲ ਠੇਕਾ ਰੱਖ ਕੇ ਪਾਇਆ ਜਾਵੇ ਤੇ 36-3700 ਨੂੰ ਮਾਣ ਪੈਂਦੀ ਆ ਜਿਹੜੇ ਬੰਦੇ ਨੇ ਠੇਕੇ ਹੀ ਜ਼ਮੀਨ ਦੇ ਵਿੱਚੋਂ ਚੁੱਕਣੀ ਆ। ਅੱਛਾ ਅੱਛਾ। ਹੁਣ ਮੈਨੂੰ ਦੱਸੋ ਵੀ ਜਿਹੜਾ ਬੰਦਾ ਕਹ ਲਓ ਵੀ ਚਲੋ ਠੇਕਿਆਂ ਨੂੰ ਛੱਡ ਦੋ, ਜਿਹੜਾ ਜ਼ਾਤੀ ਬੰਦਾ 31-3200 ਨੂੰ ਜਿਹਨੂੰ ਪੈਂਦੀ ਆ, 31-3200 ਵਾਲੀ ਜਦੋਂ 1800-2000 ਨੂੰ ਵੇਚੇਗਾ, ਜੇ ਅਗਰ ਉਹਦੀ ਕਹ ਲਓ ਵੀ ਤੁਸੀਂ 1000 ਰੁਪਈਆ ਵੀ ਉਹਨੂੰ ਮਣ ਦਾ ਘਟੇ ਤੇ ਏਕੜ ਦੀ 40 ਮਣ ਗੰਦਮ ਨਿਕਲੇ ਤੇ 40000 ਰੁਪਈਆ ਇੱਕ ਏਕੜ ਦਾ ਘਟ ਗਿਆ ਨਾ ਉਹਨੂੰ, ਤੇ 10 ਏਕੜ ਹੋਣ ਤੇ 4 ਲੱਖ ਰੁਪਈਆ ਸਿੱਧਾ ਹੀ ਘਟ ਗਿਆ। ਤੇ ਇਹ ਦੇਖੋ ਜੀ ਅੱਗੇ ਜ਼ਿਮੀਦਾਰ ਬਹੁਤ ਸਲੋਸ ਵਿੱਚ ਵਾ, ਜ਼ਿਮੀਦਾਰ ਦੇ ਪੱਲੇ ਕਹ ਲਓ ਖਦਾਲ ਹੀ ਸ਼ਾਇਦ ਕੋਈ ਨਹੀਂ ਅੱਗੇ ਹੀ, ਤੇ ਉਹਦਾ ਜਿਹੜਾ ਜ਼ਿਮੀਦਾਰ ਦਾ ਕਹ ਲਓ ਵੀ ਹਾਲਾਤ ਕੋਈ ਨਹੀਂ, ਉਹਦਾ ਅਸਰ ਗੰਦਮ ਤੇ ਵੀ ਪੈਣਾ, ਗੰਦਮ ਦਾ ਝਾੜ ਨਹੀਂ ਨਿਕਲਣਾ ਭਾਈ ਉਹ। ਚਲੋ ਜੀ, ਅੱਲਾਹ ਪਾਕ ਬਿਹਤਰ ਕਰੇ। ਹਾਂਜੀ, ਜ਼ਿਮੀਦਾਰ ਸਟਾਕ ਕਿਸ ਤਰ੍ਹਾਂ ਕਰੇ, ਉਹਦੇ ਪੱਲੇ ਤਾਂ ਹੈ ਕੁਛ ਨਾ, ਪਰ ਮਜਬੂਰੀ ਨੂੰ ਫਿਰ ਕੀ ਕਰੇ, ਫਿਰ ਕਹ ਲਓ ਵੀ ਸੁੱਟ ਕੇ ਹੀ ਆਉਣੀ ਆ ਨਾ ਕਿਸੇ ਦੇ ਘਰ। ਫਿਰ ਕੋਲ ਪੈਸਾ ਹੀ ਨਹੀਂ ਹੈ, ਉਹ ਕਿਸ ਤਰ੍ਹਾਂ ਸਟਾਕ ਕਰੇ? ਪੈਸਾ ਨਹੀਂ, ਪਰ ਮਜਬੂਰੀ ਨੂੰ ਆ ਨਾ ਵੀ ਹੁਣ ਜਦੋਂ ਉਹਨੂੰ ਪੂਰਾ ਹੀ ਨਾ ਮਿਲੇ ਤੇ ਫਿਰ ਕਿੱਦਾਂ ਨੂੰ ਜਾਵੇ ਉਹ। ਜ਼ਿਮੀਂਦਾਰ ਕੋ ਭਾਈ ਪਹੁੰਚ ਨਹੀਂ, ਮਗਰੋਂ ਦਵਾਈਆਂ ਵਾਲਿਆਂ ਨੇ ਬਾਂਹ ਦਿੱਤੀ। ਬਾਂਹ ਦਿੱਤੀ ਆ, ਪਰ ਸਾਰਾ ਕੁਝ ਤੇ ਦਵਾਈਆਂ ਵਾਲਿਆਂ ਨੂੰ ਤਾਂ ਨਜ਼ਰ ਆਉਂਦਾ ਨਾ। ਦਵਾਈਆਂ ਵਾਲਿਆਂ ਵੀ 800 ਵਾਲੀ ਦਵਾਈ 1500 ਦੀ ਇਹਨਾਂ ਜ਼ਿਮੀਦਾਰਾਂ ਨੇ ਦਿੱਤੀ ਆ। ਦਵਾਈਆਂ ਦੇ ਬੜੇ ਖਰਚੇ ਨੇ। ਬਾਕੀ ਜੇ ਇਹਦੇ ਹੁਣ ਹਕੂਮਤ ਨੂੰ ਚਾਹੀਦਾ ਥੋੜਾ ਬਹੁਤਾ ਆਸਰਾ ਕਰਨ। ਹਕੂਮਤ ਦਾ ਭਾਈ ਬਿਲਕੁਲ ਕਹਿ ਲਓ ਵੀ ਹਕੂਮਤ ਦੀ ਗੱਲ ਕਰਨੀ ਵੀ ਉਹ ਵੀ ਗੁਨਾਹ ਵਾ ਨਾ। ਹਕੂਮਤ ਨੇ ਕਣਕ ਖਰੀਦਣੀ ਆ, ਬਿਲਕੁਲ ਝੂਠੀਆਂ ਖਬਰਾਂ ਲਾ ਦਿੰਦੇ ਆ ਐਡੇ ਵੱਡੇ ਨਿਊਜ਼ ਚੈਨਲ ਆ, ਤੇ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ। ਝੂਠੀਆਂ ਖਬਰਾਂ ਲਾ ਕੇ ਤੇ ਜ਼ਿਮੀਦਾਰਾਂ ਨੂੰ ਭੱਬਲ ਭੂਸੇ 'ਚ ਪਾਇਆ ਵਾ, ਤੇ ਗੱਲਬਾਤ ਕੋਈ ਨਹੀਂ ਕੀ ਕਣਕ ਵਾਲੀ।